घर विच कोई मुसीबत आ गई, आप जी ने कह दिता, हे प्रभु तेरी मर्जी है, तेरा भाणा है, तुसीं तपी हो। ये तप है, सब तो वड्डा तप है। ਜਿਹੜਾ ਮਨੁੱਖ ਸਰੀਰ ਨੂੰ ਦੁੱਖ ਦੇ ਰਿਹਾ ਹੈ ਉਸ ਨੂੰ ਤਪੀ ਨਹੀਂ ਕਿਹਾ ਹੈ। ਜਿਹੜਾ ਮਨੁੱਖ ਗੁਰੂ ਦੇ ਬਾਣੇ ਨੂੰ ਮੰਨਦਾ ਹੈ ਔਰ ਕਹਿੰਦਾ, ਹੇ ਪ੍ਰਭੂ ਜੇ ਕਰ ਮੇਰੇ ਜੀਵਨ ਵਿੱਚ ਦੁੱਖ ਵੀ ਆ ਗਏ ਤਾਂ ਵੀ ਤੈਨੂੰ ਗਾਉਣਾ ਹੈ, ਕਿਉਂਕਿ ਇਹ ਵੀ ਤੇਰੀ ਦਾਤ ਹੈ। ਕੀਤਿਆਂ ਧੂਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ऐसा मनुख प्रभु की रजा विच है, ऐसे मनुख नूं तपी कहते हैं। तपी दूजा इहदा गुण है सेवा का। गुरु नानक साहिब के घर विच जिहड़ी सेवा है ये भी तप का हिस्सा है। गुरु की रजा ये भी तप का हिस्सा, ते सेवा ये भी तप का हिस्सा है। गुरु अमरदास साहिब नूं वेख लवो, ਜਦੋਂ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਵਿੱਚ ਆਉਂਦੇ ਨੇ, ਕਿਤਨੀ ਉਮਰ ਹੈ? 60 ਸਾਲ ਦੀ, ਅਤੇ ਫਿਰ 12 ਸਾਲ ਤੱਕ ਜਲ ਦੀ ਸੇਵਾ ਕਰਦੇ ਨੇ। 12 ਸਾਲ, ਇੱਕ ਦਿਨ ਨਹੀਂ, ਇੱਕ ਸਾਲ ਨਹੀਂ, 12 ਸਾਲ। ਔਰ ਸੇਵਾ ਵੀ ਇਤਨੀ ਕਠਿਨ, ਕਹਿੰਦੇ ਨੇ ਇਹ ਤਪ ਹੈ, ਤਪ ਤੋਂ ਵੀ ਵੱਧ ਹੈ, ਤਪ ਤੋਂ ਵੀ ਵੱਧ ਹੈ। ਭਾਈ ਮੰਝ ਕਿਸ ਤਰੀਕੇ ਦੇ ਨਾਲ ਸੇਵਾ ਕਰਦੇ ਨੇ, ਇਹ ਤਪ ਤੋਂ ਵੀ ਵੱਧ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਲੰਗਰ ਦੀ ਸੇਵਾ, ਸੰਗਤ ਦੀ ਸੇਵਾ, ਪੰਗਤ ਦੀ ਸੇਵਾ, ਤੇ ਇਹ ਜਿਤਨੀ ਵੀ ਸੇਵਾ ਹੈ, ਕਿਉਂਕਿ ਪੁਰਾਤਨ ਸਮਾਂ ਦੇ ਵਿੱਚ ਜਦੋਂ ਇਹ ਪੱਖੇ ਨਹੀਂ ਹੁੰਦੇ ਸੀ ਤਾਂ ਕੁਝ ਗੁਰਮੁਖ ਪਿਆਰੇ ਵੱਡੇ ਵੱਡੇ ਪੱਖੇ ਲੈ ਕੇ ਤੇ ਸੰਗਤਾਂ ਦੀ ਸੇਵਾ ਕਰਦੇ ਸੀ। ਵੱਡੇ ਵੱਡੇ ਪੱਖੇ ਲੈ ਕੇ ਜਿਤਨੀ ਦੇਰ ਤੱਕ ਦੀਵਾਨ ਚੱਲਦਾ ਸੀ, 2 ਘੰਟੇ 3 ਘੰਟੇ 5 ਘੰਟੇ ਪੱਖੇ ਦੀ ਸੇਵਾ, ਕੋਈ ਜਲ ਦੀ ਸੇਵਾ, ਕੋਈ ਝਾੜੂ ਦੀ ਸੇਵਾ, ਕੋਈ ਪ੍ਰਸ਼ਾਦ ਦੀ ਸੇਵਾ, ਕੋਈ ਲੰਗਰ ਦੀ ਸੇਵਾ। ਇਹ ਸੇਵਾ ਹੀ ਤਪ ਹੈ, ਤਪ ਹੈ। ਮੈਂ ਫਿਰ ਅਰਜ਼ ਕਰਦਾ ਵਾਂ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਨ੍ਹਾਂ ਤਪੀਆਂ ਦੀ ਗੱਲ ਕੀਤੀ ਜਾਂਦੀ ਹੈ, ਹਠੀਆਂ, ਜਪੀਆਂ, ਤਪੀਆਂ, ਉਹ ਐਸੇ ਤਪੀ ਨਹੀਂ ਸਨ ਕਿ ਪਰਬਤ 'ਤੇ ਬੈਠੇ ਨੇ ਅਤੇ ਤਪ ਪਈ ਕਰਦੇ ਨੇ। ਐਸੇ ਤਪੀ ਨਹੀਂ ਹਨ ਕਿ ਇੱਕੋ ਹੀ ਪੈਰ 'ਤੇ ਖੜ੍ਹੇ ਨੇ ਅਤੇ ਬੰਦਗੀ ਪਈ ਕਰਦੇ ਨੇ। ਐਸੇ ਤਪੀ ਨਹੀਂ। ਇੱਥੇ ਐਸੇ ਤਪੀ ਭਾਈ ਕਨ੍ਹਈਆ ਜੀ ਸੇਵਾ ਪਈ ਕਰਦੇ ਨੇ। ਔਰ ਸੇਵਾ ਦੇ ਵਿੱਚ ਸਿਦਕ ਵੀ ਕੈਸਾ ਹੈ, ਸਿਦਕ ਵੀ ਇਤਨਾ ਕਮਾਲ ਦਾ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਇਹਦੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਵਿਤਕਰਾ ਨਹੀਂ ਹੈ ਕਿ ਇਹ ਹਿੰਦੂ ਹੈ, ਇਹ ਮੁਸਲਿਮ ਹੈ, ਇਹ ਈਸਾਈ ਹੈ, ਇਹ ਕਿਸੇ ਹੋਰ ਜਾਤੀ ਦਾ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਤੇ ਐਸੇ ਤਪੀ ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ ਸੱਤ ਕਰਕੇ ਮੰਨਿਆ, ਇੱਕ ਐਸੇ ਤਪੀ ਜਿਨ੍ਹਾਂ ਨੇ ਗੁਰੂ ਦੇ ਦਰਬਾਰ ਵਿੱਚ ਸੇਵਾ ਕੀਤੀ, ਅਤੇ ਇਹਨਾਂ ਦੇ ਜੋੜ ਦੇ ਨਾਲ ਬਣਦਾ ਹੈ ਤਪ। ਪਰਮਾਤਮਾ ਦੇ ਹੁਕਮ ਨੂੰ ਮੰਨਣਾ, ਰਜਾ ਨੂੰ ਪ੍ਰਵਾਨ ਕਰਨਾ ਅਤੇ ਸੇਵਾ ਕਰਨੀ, ਐਸੇ ਤਪੀ। ਐਸੇ ਤਪੀ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਅਰਦਾਸ ਦੇ ਵਿੱਚ, ਹਠੀਆਂ, ਜਪੀਆਂ, ਤਪੀਆਂ, ਇਹ ਤਿੰਨੋਂ ਸ਼ਬਦ ਚੇਤੇ ਰੱਖ ਲੈਣਾ। ਹਠੀ ਕਿਹੜੇ? ਜਿਨ੍ਹਾਂ ਨੇ ਧਰਮ ਦੇ ਅਸੂਲਾਂ 'ਤੇ ਪਹਿਰਾ ਦਿੱਤਾ, ਉਹ ਹਠੀ। ਜਪੀ ਕਿਹੜੇ? ਜਿਨ੍ਹਾਂ ਨੇ ਨਿਰੰਕਾਰ ਦਾ ਜਾਪ ਕੀਤਾ, ਸਿਮਰਨ ਕੀਤਾ, ਐਸੇ ਜਪੀ। ਔਰ ਕਈ ਦਾਨਸ਼ਮੰਦ ਕੀ ਕਹਿੰਦੇ ਨੇ ਕਿ ਜੋ ਜਪ ਹੈ, ਸਿਮਰਨ ਹੈ ਗੁਰੂ ਸ਼ਬਦ ਦਾ, ਵਾਹਿਗੁਰੂ ਦਾ, ਸਤਨਾਮ ਦਾ, ਮੂਲ ਮੰਤਰ ਦਾ, ਕਹਿੰਦੇ ਨੇ ਜਿਸ ਅਸਥਾਨ 'ਤੇ ਬੈਠ ਕੇ ਮਨੁੱਖ ਸਿਮਰਨ ਕਰਦਾ ਹੈ, ਉਹ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ। ਜਿਸ ਅਸਥਾਨ 'ਤੇ ਬੈਠ ਕੇ ਮਨੁੱਖ ਸਿਮਰਨ ਕਰਦਾ ਹੈ, ਕਹਿੰਦੇ ਨੇ ਉਹ ਆਕਾਸ਼ ਵੀ ਸ਼ੋਭਨੀਕ ਬਣ ਜਾਂਦਾ ਹੈ। ਐਸੇ ਗੁਰਮੁਖ ਦੇ ਕਦਮ ਜਿੱਥੇ ਜਿੱਥੇ ਪੈਂਦੇ ਨੇ, ਉਹ ਧਰਤੀ ਵੀ ਬਹੁਤ ਸ਼ੋਭਨੀਕ ਬਣ ਜਾਂਦੀ ਹੈ, ਸੁੰਦਰ ਬਣ ਜਾਂਦੀ ਹੈ। ਐਸੇ ਜਪੀ,
जिन्हों ने सिमरन किया और सिमरन जिस अस्थान ते बैठ के किया वो धरती भी शोभनीक बन गई, पवित्र बन गई। तो मैं अर्ज कर रहा सी शब्द का जाप। हुण जो शब्द है, जदों परमात्मा निर्गुण रूप विच सी, फिर निर्गुण तो सरगुण रूप विच आया। इसनूं धन गुरु नानक साहिब जी आशा की वार दी पौड़ी विच इस तरह बयान करते हैं, कीता पसाओ एको कवाओ। आशा की वार दी जिहड़ी पौड़ी है, साहिब जी कहते ने आपी ने आप साजियो, आपी ने रचियो नाओ, दोए कुदरत साजी है कर आसन डिठो जाओ। जदों निर्गुण सी, निर्गुण तो सरगुण आपी ने आप साजियो। निर्गुण और सरगुण दे विचकार दी जिहड़ी कड़ी है, उसनूं गुरु नानक साहिब जी की कहंदे ने, जपजी साहिब दे विच कीता पसाओ एको कवाओ। कवाओ कहंदे ने इक्को शब्द, इक्को हुकम। कवाओ दे नाल, हुकम दे नाल, शब्द दे नाल निर्गुण तो सरगुण बन गए। ते जेकर मनुख नूं उस निर्गुण तक पहुँचना होवे, सरगुण तो सफ़र शुरू करना है। असीं बैठे हाँ, सरगुण रूप बैठे हाँ, और सरगुण तो सफ़र शुरू करना होवे निर्गुण तक, उहदे लई कड़ी है शब्द, उहदे लई कड़ी है नाम, उहदे लई कड़ी है सिमरन। सिमरन करदियां करदियां मनुख पहुँच जाता है निर्गुण तक। सिमरन करदियां करदियां मनुख पहुँच जाता है सुन्न समाध की अवस्था तक। सिमरन करदियां करदियां मनुख पहुँच जाता है अफुर अवस्था तक। तो ऐसे गुरमुख प्यारे जिन्हों ने सिमरन किया, जाप किया, उन्होंने असीं रोज़ चेते करते हैं। हठियाँ जपियाँ तपियाँ जिन्ना नाम जपिया। मैं फिर अर्ज करा, जिन्हों ने नाम नूं जपिया पर उन्हों दे पिछे धारणा की सी? कहते ने धारणा कुछ भी नहीं, धारणा कुछ भी नहीं। पच्छम दी एक साधवी हुई राबिया, वो लिखती है, कहती है, हे प्रभु जेकर मेरा सिमरन स्वर्ग की चाहत लई होवे तां मैनूं सदा लई स्वर्ग तो वंचित कर देना, मैनूं कदे स्वर्गां दे दर्शन न करन। और जेकर मेरा सिमरन नरक दे डर तो होवे तां मैनूं नरक विच सुट देना, सुट देना नरक दे विच। और जेकर मेरा सिमरन तेरे प्यार करके होवे तां अपनी प्रेम दी धारा फिर मेरे ते लुटा देना, लुटा देना। धन कबीर साहिब जी की कहते ने, कहते ने, हे प्रभु एक भगत दे जीवन विच क्या नरक क्या सुरग विचारा। संतन दोहूं अरांदे, जेड़ा मनुख प्रभु दे प्रेम विच जुड़ गया उहदे सामने नरक की है ते स्वर्ग की है? कुछ भी नहीं है, कुछ भी नहीं। वो तो उहदे प्रेम विच डुबिया होया है, प्रेम दे विच। क्योंकि परमात्मा दा जिहड़ा मार्ग है प्रेम दा मार्ग है। कई दफ़ा मैं अर्ज की कि गुरु नानक साहिब दे ये पावन बोल ने तैनूं इतना कुछ बख्शिया, हुण तूं की देंगा? परमात्मा ने इतना कुछ बख्शिया, हुण तूं की देंगा परमात्मा नूं? फेर की अगे रखी है जित दिसै दरबार, मोहों की बोलन बोली है जित सुन धरे प्यार। हुण उसनूं की देंगा? धन, धन भी उसे दा दिता हुआ है।
ਜੇ ਉਸੇ ਤੋਂ ਧਨ ਲੈ ਕੇ ਗਿਆ ਫਿਰ ਉਸੇ ਨੂੰ ਮੋੜ ਰਿਹਾ ਹੈ। ਕਹਿੰਦੇ ਫਿਰ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਫੁੱਲ ਤੋੜ ਕੇ ਲਿਆਏ, ਗੁਸਤਾਖੀ ਮਾਫ। ਉਹ ਫੁੱਲ ਵੀ ਜਿੱਥੇ ਖੜਾ ਸੀ ਉਹ ਉੱਥੋਂ ਹੀ ਰੱਬ ਨੂੰ ਖੁਸ਼ਬੂ ਦੇ ਰਿਹਾ ਸੀ, ਖੁਸ਼ਬੂ ਦੇ ਰਿਹਾ ਸੀ। ਉਹ ਫੁੱਲ ਤੋੜ ਕੇ ਗੁਰੂ ਕੇ ਚਰਨਾਂ ਵਿੱਚ ਭੇਂਟ ਕੀਤਾ। ਗੁਰੂ ਕਹਿੰਦਾ ਹੈ ਇਹ ਫੁੱਲ ਤਾਂ ਪਹਿਲਾਂ ਹੀ ਮੈਨੂੰ ਖੁਸ਼ਬੂ ਦੇ ਰਿਹਾ ਸੀ, ਪਹਿਲਾਂ ਹੀ। ਹੁਣ ਕੀ ਦਈਏ? ਧਨ ਵੀ ਤੇਰਾ, ਸਰੀਰ ਵੀ ਤੇਰਾ, ਇਹ ਜਿਤਨੇ ਵੀ ਪਦਾਰਥ ਨੇ ਇਹ ਸਾਰੇ ਦੇ ਸਾਰੇ ਤੇਰੇ ਨੇ, ਫਿਰ ਮੈਂ ਕੀ ਦੇਵਾਂ? ਕਹਿੰਦੇ ਨੇ ਜਦੋਂ ਮਨੁੱਖ ਦੀ ਆਤਮਾ ਦੇ ਵਿੱਚੋਂ ਇਹ ਆਵਾਜ਼ ਨਿਕਲਦੀ ਹੋਵੇ ਕਿ ਹੇ ਪ੍ਰਭੂ, ਜਦੋਂ ਸਭ ਕੁਝ ਹੀ ਤੇਰਾ ਹੈ, ਤਨ ਵੀ ਤੇਰਾ, ਧਨ ਵੀ ਤੇਰਾ, ਹੁਣ ਮੈਂ ਤੈਨੂੰ ਕੀ ਦੇਵਾਂ, ਕੀ ਦੇਵਾਂ? ਮੇਰੇ ਕੋਲ ਕੁਛ ਵੀ ਨਹੀਂ ਹੈ, ਤੈਨੂੰ ਦੇਣ ਵਾਸਤੇ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਕਹਿੰਦੇ ਨੇ ਕਿ ਜਦੋਂ ਮਨੁੱਖ ਇਸ ਤਰ੍ਹਾਂ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ ਔਰ ਕਹਿੰਦਾ ਹੈ ਤੈਨੂੰ ਦੇਣ ਵਾਸਤੇ ਮੇਰੇ ਪੱਲੇ ਕੁਝ ਨਹੀਂ ਹੈ, ਕਹਿੰਦੇ ਨੇ ਉਸੇ ਦਿਨ ਭੇਂਟ ਕਬੂਲ ਹੁੰਦੀ ਹੈ, ਪ੍ਰਵਾਨ ਹੁੰਦੀ ਹੈ। ਮੈਨੂੰ ਇੱਕ ਗੱਲ ਚੇਤੇ ਆ ਗਈ, ਉਹ ਵੀ ਮੈਂ ਅਰਜ਼ ਕਰਦਾ ਹਾਂ, ਕਿਉਂਕਿ ਸਿਮਰਨ ਦੀ ਗੱਲ ਚੱਲ ਰਹੀ ਹੈ। ਜਿਨ੍ਹਾਂ ਨਾਮ ਜਪਿਆ, ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਸਫ਼ਰ ਕਰਦੇ ਸੀ, ਉਦਾਸੀਆਂ ਦੇ ਦੌਰਾਨ ਸ਼ਾਮ ਦਾ ਸਮਾਂ ਹੋਵੇ ਤੇ ਸੋਦਰ ਦੇ ਵਿੱਚ ਜੁੜ ਜਾਣਾ। ਮਰਦਾਨਾ ਪੁੱਛਦਾ ਹੈ, ਮਹਾਰਾਜ ਜਿੱਥੇ ਵੀ ਸੂਰਜ ਛਿਪਦਾ ਹੈ ਆਪ ਜੀ ਉੱਥੇ ਹੀ ਬੈਠ ਜਾਂਦੇ ਹੋ, ਭਾਵੇਂ ਉਹ ਜੰਗਲ ਹੈ, ਭਾਵੇਂ ਉਹ ਛੋਟਾ ਜਿਹਾ ਪਿੰਡ ਹੈ, ਭਾਵੇਂ ਉਹ ਸ਼ਹਿਰ ਹੈ, ਜਿੱਥੇ ਸੂਰਜ ਛਿਪ ਗਿਆ ਉੱਥੇ ਹੀ ਬੈਠ ਜਾਂਦੇ ਹੋ ਔਰ ਕਹਿੰਦੇ ਹੋ ਮਰਦਾਨਿਆਂ ਰਬਾਬ ਛੇੜ, ਕੀਰਤਨ ਕਰਨਾ। ਕਾਰਨ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਰਦਾਨੇ ਨੂੰ, ਭਾਈ ਮਰਦਾਨਾ ਜੀ ਸ਼ਾਮ ਦਾ ਸਮਾਂ ਹੋ ਗਿਆ, ਸਵੇਰ ਤੋਂ ਬੜੀ ਤੇਜ਼ ਰਫ਼ਤਾਰ ਦੇ ਨਾਲ ਚੱਲ ਰਹੀ ਹਵਾ ਸ਼ਾਮ ਵੇਲੇ ਧੀਮੀ ਪੈ ਜਾਂਦੀ ਹੈ, ਧੀਮੀ ਪੈ ਜਾਂਦੀ ਹੈ। ਸਾਰੇ ਦਿਨ ਨਦੀ ਭਾਵੇਂ ਆਪਣੀ ਕਿਤਨੀ ਵੀ ਰਫ਼ਤਾਰ ਤੇਜ਼ ਰੱਖਦੀ ਹੋਵੇ, ਸ਼ਾਮ ਨੂੰ ਧੀਮੀ ਹੋ ਜਾਂਦੀ ਹੈ, ਧੀਮੀ ਹੋ ਜਾਂਦੀ ਹੈ। ਕਹਿੰਦੇ ਨੇ ਹੁਣ ਸੂਰਜ ਵੀ ਛਿਪ ਰਿਹਾ ਹੈ, ਪਰਮਾਤਮਾ ਦੇ ਬਣਾਏ ਹੋਏ ਇਹ ਸਾਰੇ ਦੇ ਸਾਰੇ ਜਦੋਂ ਸ਼ਾਮ ਵੇਲੇ ਪ੍ਰਭੂ ਦੇ ਗੀਤ ਗਾਉਂਦੇ ਨੇ, ਫਿਰ ਸਾਡਾ ਵੀ ਫਰਜ਼ ਬਣਦਾ ਹੈ ਪ੍ਰਭੂ ਦੇ ਗੀਤ ਗਾਉਣੇ, ਸਾਡਾ ਵੀ ਫਰਜ਼ ਬਣਦਾ ਹੈ। ਫਿਰ ਕਹਿੰਦੇ ਨੇ ਮਰਦਾਨੇ ਨੇ ਪੁੱਛ ਲਿਆ, ਧੰਨ ਗੁਰੂ ਨਾਨਕ ਸਾਹਿਬ ਜੀ ਸਿਮਰਨ ਆਪ ਜੀ ਵੀ ਕਰਦੇ ਹੋ? ਕਿਉਂਕਿ ਆਪ ਜੀ ਖੁਦ ਨਿਰੰਕਾਰ ਸਰੂਪ ਹੋ, ਆਪ ਜੀ ਨੂੰ ਲੋੜ ਕੀ ਹੈ ਸਿਮਰਨ ਦੀ, ਲੋੜ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਿਮਰਨ ਇਸ ਕਰਕੇ ਕਰਦੇ ਹਾਂ ਕਿ ਉਸ ਪਰਮਾਤਮਾ ਦੀਆਂ ਜਿਹੜੀਆਂ ਰਹਿਮਤਾਂ ਹਨ ਉਹ ਇਤਨੀਆਂ ਹਨ, ਉਹਦੀਆਂ ਰਹਿਮਤਾਂ ਇਤਨੀਆਂ ਬਰਸ ਰਹੀਆਂ ਹਨ, ਫਿਰ ਸਾਡਾ ਵੀ ਫਰਜ਼ ਬਣਦਾ ਹੈ ਉਹਦਾ ਸ਼ੁਕਰਾਨਾ ਕਰਨਾ, ਉਹਦਾ ਧੰਨਵਾਦ ਕਰਨਾ। ਕਹਿਣ ਦਾ ਭਾਵ ਜਗਤ ਜਲੰਦੇ ਨੂੰ ਸਿਖਾਇਆ ਹੈ ਆਪਣੇ ਅਗੰਮੀ ਬੋਲਾਂ ਦੇ ਰਾਹੀਂ ਕਿ ਪਰਮਾਤਮਾ ਇਤਨਾ ਕੁਛ ਦੇ ਰਿਹਾ ਹੈ, ਤੂੰ ਉਸ ਨੂੰ ਗਾ, ਇਤਨਾ ਕੁਛ ਬਖਸ਼ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਦੇ ਵਿੱਚ ਕੀ ਬਿਆਨ ਕਰਦੇ ਨੇ? ਕਹਿੰਦੇ ਨੇ ਸੋ ਕਿਉਂ ਬਿਸਰੈ ਜਿਨ ਸਭ ਕੁਛ ਦਿਆ। ਕੀ ਨਹੀਂ ਦਿੱਤਾ ਹੈ? ਤੂੰ ਪਹਿਲਾਂ ਇਹ ਦੱਸ ਕੀ ਨਹੀਂ ਦਿੱਤਾ ਹੈ? ਸਭ ਤੋਂ ਵੱਡੀ ਦਾਤ ਬਖਸ਼ੀ ਹੈ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਜਿਸ ਨੇ ਇੰਨਾ ਸੁੰਦਰ ਸਰੀਰ ਬਖਸ਼ਿਆ ਹੈ। ਸਾਹ ਚੱਲ ਰਹੇ ਨੇ, ਭੋਜਨ ਛਕਦੇ ਹਾਂ, ਭੋਜਨ ਆਪਣੇ ਆਪ ਪਚ ਰਿਹਾ ਹੈ, ਪਚਿਆ ਹੋਇਆ ਭੋਜਨ ਖੂਨ ਬਣ ਰਿਹਾ ਹੈ, ਸਾਰੇ ਸਰੀਰ ਦੇ ਵਿੱਚ ਚੱਲ ਰਿਹਾ ਹੈ, ਅਸੀਂ ਸੁੱਤੇ ਪਏ ਹਾਂ, ਪੂਰੀ ਦੀ ਪੂਰੀ ਕਿਰਿਆ ਚੱਲ ਰਹੀ ਹੈ, ਪੂਰੀ ਦੀ ਪੂਰੀ। ਪਰ ਜਦੋਂ ਮਨੁੱਖ ਕੋਈ ਰੋਗੀ ਬਣ ਜਾਵੇ, ਫਿਰ ਕਦੇ ਰੋਗੀ ਮਨੁੱਖ ਨੂੰ ਦੇਖਣਾ ਕਿ ਉਹਦੀ ਦਸ਼ਾ ਕੀ ਹੁੰਦੀ ਹੈ। ਕਿਤਨੇ ਸਾਰੇ ਯੰਤਰ ਲੱਗੇ ਹੁੰਦੇ ਨੇ, ਕੋਈ ਸਾਹ ਨੂੰ ਚਲਾ ਰਿਹਾ ਹੈ, ਕੋਈ ਭੋਜਨ ਨੂੰ ਪਚਾ ਰਿਹਾ ਹੈ, ਅਤੇ ਕੋਈ ਪਚੇ ਹੋਏ ਭੋਜਨ ਨੂੰ ਬਾਹਰ ਕੱਢ ਰਿਹਾ ਹੈ। ਕਿਤਨੇ ਸਾਰੇ ਯੰਤਰ ਲੱਗੇ ਹੁੰਦੇ ਨੇ।
इस करके साहिब जी कहते ने तू अपने आप नूं देख, पूरी दी पूरी क्रिया किवें चल रही है, किवें चल रही है। तां साहिब नूं कहना पिया, सो क्यों बिसरै जिन सब कुछ दिया, सो क्यों बिसरै जी जीवन जिया, सो क्यों बिसरै जी बिख तय काढ़े, जन्म जन्म का टूटा कांडे। तो अज उस प्रभु नूं गा, जन्मा जन्मां दा विछोड़ा तेरा खत्म हो जाएगा, खत्म हो जाएगा। तो मैं अर्ज कर रहा सी, जिन्ना नाम जपिया उन्होंने भी चेते करदे सी अरदास दे विच। मैं फिर अर्ज करा, हठियां जपियां तपियां जिन्ना नाम जपिया, फिर गुरु नानक साहिब दे घर दी मर्यादा वंड छकिया। हुण वंड के छकना एक ऐसी मर्यादा है। साहिब जी कहते ने सब तो पहला धर्म की किरत करनी है। किरत करनी, वंड छकना ते नाम जपना, ये तीन सूत्र ने जीवन दे विच। धर्म की किरत करनी, फिर वंड छकना, नाम जपना। ਜਿਹੜਾ भी कोई मनुख इन्हां तिन्नां गल्लां ते अमल करदा है, कहंदे ने नानक नदरी नदर निहाल। धर्म की किरत करनी ये क्यों जरूरी है? कहंदे ने जेकर धर्म की किरत नहीं है, अधर्म की कमाई है, उत्थे नाम नहीं टिकेगा, उत्थे नाम नहीं चलेगा। जे अधर्म की कमाई है, उत्थे सिमरन नहीं होवेगा, बंदगी नहीं होवेगी। अधर्म की कमाई है। कहते ने जेड़ा मनुख धर्म की कमाई नहीं करता, वो जां तां भिखारी है, गुस्ताखी माफ़ करना, अर्ज नूं समझना, जेड़ा धर्म की कमाई नहीं करता, जां तां वो भिखारी है, जां फिर वो लुटेरा है, डाकू है। भावें वो किसी भी धर्म का होवे, किसी भी मजहब का होवे, धर्म की कमाई नहीं है, दसां नौआं की कमाई नहीं है, मेहनत की कमाई नहीं है, जां फिर भिखारी जां लुटेरा है। धर्म की किरत करनी गुरु नानक साहब के घर विच है। किरत करनी, फिर किरत करके वंड छकना है। इतिहासिक विचार कहते ने मुगलों ने 4 सिखां नूं, जिन्हां दी उम्र अड अड है, वक्री वक्री है, एक बुजुर्ग है, दूजा अधखड़ है, तीजा जवान है, चौथा बच्चा है, ते इन्हां 4 नूं कैद कर लिया। 4 नूं कैद करन तो बाद इन्हां नूं 2 प्रशादे दिते ने 4 नूं। ते मुगल कहंदे ने जरा देखिए हुण ये की करदे ने, 2 दिन दे भुखे ने ते बंदे 4 हन ते रोटियां 2 हन। हुण देखांगे ये 2 रोटियां किवें खांदे ने, किवें खांदे ने। कहंदे ने 2 दिन होर बीत गए, दोवें रोटियां उत्थे ही पईयां होईयां ने, उत्थे। अखीर विच बुजुर्ग ने वो 2 रोटियां छोटे बच्चे के सामने रख दित्तियां और उस बच्चे नूं कहा, ये 2 रोटियां तू खा ले, क्योंकि तू साडा भविष्य है, ये दोवें तू खा ले। ते वो बच्चा की कहंदा है जवान नूं, कहंदा है कि मैनू तो लोड़ नहीं है, आप जी ने मैदान जंग विच जाना है, आप जी ने जंग करना है, रोटियां तुसी खा लो, तुसी जवान हो, तुसी खा लो। ते जवान ने की किया, दोवें प्रशादे अधखड़ नूं दे दिते और कहा कि मैं 5 दिन होर रह सकदा, पर ये तू खा ले, तू खा ले। हुण जिहड़ा अधखड़ है वो की कहंदा है बुजुर्ग नूं, वो कहंदा है 2 दिन मैं भी बगैर रोटी दे रह सकदा, पर तू बुजुर्ग है, तू खा ले, तू खा ले।
ਬਜ਼ੁਰਗ ਆਪਣੇ ਹੱਥ ਵਿੱਚ ਰੋਟੀਆਂ ਲੈ ਕੇ ਬੱਚੇ ਨੂੰ ਦਿੰਦਾ, ਤੂੰ ਖਾ, ਤੂੰ ਖਾ। ਅਖੀਰ ਵਿੱਚ ਕਹਿੰਦੇ ਨੇ 2 ਰੋਟੀਆਂ ਦੇ 4 ਹਿੱਸੇ ਕੀਤੇ ਅਤੇ ਅੱਧੀ ਅੱਧੀ ਰੋਟੀ ਖਾ ਲਈ ਚਾਰਿਆਂ ਨੇ, ਅੱਧੀ ਅੱਧੀ। ਇਹ ਮਰਿਆਦਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਵੰਡ ਕੇ ਛਕਣਾ। ਜੇਕਰ ਧਰਮ ਦੀ ਕਿਰਤ ਕੀਤੀ ਹੈ, ਨਾਮ ਵੀ ਚੱਲਦਾ ਹੈ, ਸਿਮਰਨ ਵੀ ਚੱਲਦਾ ਹੈ। ਜੇ ਧਰਮ ਦੀ ਕਮਾਈ ਨਹੀਂ ਕੀਤੀ, ਫਿਰ ਨਾਮ ਵੀ ਨਹੀਂ ਚੱਲਦਾ। ਮੈਂ ਇੱਕ ਛੋਟਾ ਜਿਹਾ ਉਦਾਹਰਨ ਦੇ ਦੇਵਾਂ, ਗੱਲ ਸਮਝ ਆ ਜਾਏ। ਕਹਿੰਦੇ ਨੇ ਕਿ ਕਿਸੇ ਸ਼ਹਿਰ ਦੇ ਵਿੱਚ ਕਿਸੇ ਬਹੁਤ ਵੱਡੇ ਕਥਾਕਾਰ ਨੂੰ ਆਮੰਤਰਿਤ ਕੀਤਾ, ਬੁਲਾਇਆ। ਤੇ ਕਥਾਕਾਰ ਵੀ ਐਸਾ ਜਿਸ ਨੂੰ ਸੁਣਨ ਵਾਸਤੇ ਬਹੁਤ ਸਾਰੀ ਸੰਗਤ ਇਕੱਠੀ ਆਉਂਦੀ ਸੀ, ਬਹੁਤ ਸਾਰੀ। ਪੂਰਾ ਸ਼ਹਿਰ ਪੂਰੀ ਤਿਆਰੀ ਕਰਕੇ ਬੈਠਾ ਹੈ, ਕੱਲ ਸੰਗਤ ਹੋਵੇਗੀ, ਕਥਾ ਸੁਣਾਂਗੇ। ਤੇ ਜਿਹੜਾ ਕਥਾਕਾਰ ਸੀ ਉਹ ਵੀ ਆ ਗਿਆ। ਹੁਣ ਮਨ ਵਿੱਚ ਵਿਚਾਰ ਕੀਤੀ, ਕਥਾ ਕੱਲ ਤੋਂ ਸ਼ੁਰੂ ਹੋਵੇਗੀ ਤੇ ਇਸ ਕਥਾਕਾਰ ਨੂੰ ਠਹਿਰਾਣਾ ਕਿੱਥੇ? ਤੇ ਇੱਕ ਸ਼ਾਹੂਕਾਰ ਦੇ ਘਰ ਠਹਿਰਾ ਦਿੱਤਾ, ਜੋ ਉਸ ਸ਼ਹਿਰ ਦਾ ਬਹੁਤ ਵੱਡਾ ਸ਼ਾਹੂਕਾਰ ਸੀ, ਉੱਥੇ ਠਹਿਰਾ ਦਿੱਤਾ। ਸਾਰੇ ਦੇ ਸਾਰੇ ਆਪਣੇ ਘਰ ਚਲੇ ਗਏ। ਜਦੋਂ ਸਵੇਰ ਦਾ ਸਮਾਂ ਹੋਇਆ, ਦੀਵਾਨ ਸਜਿਆ, ਪੂਰੀ ਦੀ ਪੂਰੀ ਸੰਗਤ ਆ ਗਈ ਕਥਾ ਸੁਣਨੀ। ਹਿੰਦੂ, ਮੁਸਲਿਮ, ਖੱਤਰੀ, ਬ੍ਰਾਹਮਣ ਸਾਰੇ ਇਕੱਠੇ ਹੋ ਗਏ, ਕਥਾ ਸੁਣਨੀ ਹੈ। ਪਰ ਸਮਾਂ ਬੀਤਦਾ ਜਾ ਰਿਹਾ ਹੈ ਤੇ ਕਥਾਵਾਚਕ ਹਾਲੇ ਤੱਕ ਨਹੀਂ ਆਇਆ। ਜਦੋਂ ਸਮਾਂ ਕੁਝ ਵੱਧ ਹੋ ਗਿਆ, ਫਿਰ ਕਹਿਣ ਲੱਗੇ ਜਰਾ ਦੇਖਣਾ ਕਥਾਵਾਚਕ ਨੂੰ ਕਿੱਥੇ ਗਿਆ, ਆਇਆ ਕਿਉਂ ਨਹੀਂ। ਜਦੋਂ ਉਹ ਉਸ ਘਰ ਦੇ ਵਿੱਚ ਜਾ ਕੇ ਦੇਖਦੇ ਨੇ ਜਿਸ ਘਰ ਵਿੱਚ ਠਹਿਰਾਇਆ ਸੀ, ਤੇ ਉੱਥੇ ਕੀ ਦੇਖਦੇ ਨੇ ਕਿ ਉਸ ਘਰ ਦਾ ਸਾਰਾ ਕੀਮਤੀ ਸਾਮਾਨ ਵੀ ਗਾਇਬ ਹੈ ਔਰ ਉਹ ਕਥਾਵਾਚਕ ਵੀ ਗਾਇਬ ਹੈ। ਜਿਸ ਘਰ ਵਿੱਚ ਠਹਿਰਾਇਆ ਸੀ ਕੀਮਤੀ ਸਾਮਾਨ ਵੀ ਗਾਇਬ ਹੈ, ਕਥਾਵਾਚਕ ਵੀ ਗਾਇਬ ਹੈ। ਬੜੀ ਹੈਰਾਨਗੀ ਦੀ ਗੱਲ ਹੈ, ਇਤਨਾ ਵੱਡਾ ਕਥਾਵਾਚਕ ਸੂਝਵਾਨ, ਜਿਨ੍ਹਾਂ ਦੇ ਜੀਵਨ ਵਿੱਚ ਪਰਮਾਤਮਾ ਦੀ ਬੰਦਗੀ ਦਾ ਇੱਕ ਸਮੁੰਦਰ ਮੌਜੂਦ ਹੈ, ਐਸਾ ਕਥਾਵਾਚਕ, ਔਰ ਫਿਰ ਸਾਰੇ ਦਾ ਸਾਰਾ ਕੀਮਤੀ ਸਾਮਾਨ ਲੈ ਗਿਆ। ਕਹਿੰਦੇ ਨੇ ਕਰੀਬ 5 ਘੰਟੇ ਬੀਤ ਗਏ ਤੇ ਉਹੀ ਕਥਾਵਾਚਕ ਸਾਮਾਨ ਦੀ ਪੰਡ ਬੰਨੀ ਹੋਈ ਹੈ, ਆਪਣੇ ਸਿਰ ਤੇ ਰੱਖੀ ਹੋਈ ਹੈ ਤੇ ਵਾਪਸ ਆ ਰਿਹਾ ਹੈ, ਵਾਪਸ ਆ ਰਿਹਾ। ਸੰਗਤ ਇੰਤਜ਼ਾਰ ਪਈ ਕਰਦੀ ਹੈ। ਸੰਗਤ ਕਹਿੰਦੀ ਹੈ ਮਹਾਰਾਜ ਇਹ ਕੀ ਹੋਇਆ? ਤੇ ਕਥਾਵਾਚਕ ਕਹਿੰਦਾ ਹੈ ਇਹ ਗੱਲ ਮੈਂ ਬਾਅਦ ਵਿੱਚ ਦੱਸਾਂਗਾ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਜਿਨ੍ਹਾਂ ਦੇ ਘਰ ਵਿੱਚ ਮੈਨੂੰ ਠਹਿਰਾਇਆ ਸੀ ਉਹਨਾਂ ਦਾ ਕਾਰੋਬਾਰ ਕੀ ਹੈ, ਉਹਨਾਂ ਦਾ ਬਿਜ਼ਨਸ ਕੀ ਹੈ। ਕਹਿਣ ਲੱਗੇ ਮਹਾਰਾਜ ਇਹ ਤੁਸੀਂ ਖੁਦ ਪੁੱਛ ਲਵੋ, ਖੁਦ ਪੁੱਛ ਲਵੋ। ਜਦੋਂ ਉਸ ਸ਼ਾਹੂਕਾਰ ਨੂੰ ਪੁੱਛਿਆ ਕਥਾਕਾਰ ਨੇ ਕਿ ਤੇਰਾ ਬਿਜ਼ਨਸ ਕੀ ਹੈ, ਤੇ ਉਹ ਸ਼ਾਹੂਕਾਰ ਕੀ ਕਹਿੰਦਾ ਹੈ, ਹੱਥ ਬੰਨ੍ਹ ਕੇ ਅਰਜ਼ ਕਰਦਾ, ਕਹਿੰਦਾ ਮਹਾਰਾਜ ਆਪ ਜੀ ਦੇ ਸਾਹਮਣੇ ਹੁਣ ਮੈਂ ਝੂਠ ਕੀ ਬੋਲਾਂ। ਝੂਠ ਬੋਲਣਾ ਵੀ ਬੇਕਾਰ ਹੈ, ਕਿਉਂਕਿ ਇੱਕ ਗੁਨਾਹ ਮੈਂ ਕਰਦਾ ਤੇ ਫਿਰ ਝੂਠ ਬੋਲਾਂਗਾ, ਇਹ ਦੂਜਾ ਗੁਨਾਹ ਹੋ ਗਿਆ। ਸ਼ਹਿਰ ਦੇ ਵਿੱਚ ਬਹੁਤ ਸਾਰੇ ਚੋਰ ਤੇ ਲੁਟੇਰੇ ਮੈਂ ਭੇਜੇ ਹੋਏ ਨੇ, ਚੋਰੀ ਕਰਕੇ ਲਿਆਂਦੇ ਨੇ ਤੇ ਉਹਨਾਂ ਦਾ ਮਾਲ ਮੈਂ ਖਰੀਦ ਲੈਂਦਾ ਸਸਤੇ ਭਾਅ 'ਤੇ, ਔਰ ਫਿਰ ਮੈਂ ਮਹਿੰਗੇ ਭਾਅ 'ਤੇ ਫਿਰ ਵੇਚ ਦੇਣਾ। ਕਥਾਕਾਰ ਕੀ ਕਹਿੰਦਾ ਹੈ ਕਿ ਜਦੋਂ ਮੈਂ ਆਪ ਜੀ ਦੇ ਘਰ ਰੋਟੀ ਖਾਧੀ, ਭੋਜਨ ਕੀਤਾ, ਮੇਰੇ ਮਨ ਵਿੱਚ ਵੀ ਚੋਰੀ ਦਾ ਭਾਵ ਪੈਦਾ ਹੋ ਗਿਆ, ਚੋਰੀ ਦਾ ਭਾਵ ਪੈਦਾ ਹੋ ਗਿਆ। ਜਦੋਂ ਤੱਕ ਉਸ ਅੰਨ ਦਾ ਅਸਰ ਮੌਜੂਦ ਸੀ ਉਦੋਂ ਤੱਕ ਮੇਰਾ ਮਨ ਵਿਚਲਿਤ ਰਿਹਾ, ਕਿਉਂਕਿ ਸਿਆਣੇ ਕਹਿੰਦੇ ਨੇ ਜੈਸਾ ਅੰਨ
वैसा मन। जैसा अन्न है मन भी वैसा ही है। तो धन गुरु नानक साहिब जी कहते ने जे परमात्मा दे नाल जुड़ना है, जेकर मन नूं एकाग्र करना है तो मन वास्ते फिर अन्न भी ऐसा ही चाहिए है। धर्म दी किरत, धर्म दी कमाई करके अन्न लैके आना, उस अन्न दे विचों भी फिर वंड के छकना है। तो अरदास विच असीं हर रोज़ उन्हां गुरमुखां नूं प्यारियां नूं याद करदे हां जिन्हां नाम जपिया वंड छकिया। क्योंकि जिवें जिवें वंड के छकण दी मर्यादा साडे हिरदे विचों पैदा होवेगी, फिर दया भी पैदा होवेगी। असीं जदों लंगर वंडदे हां ते मन विच दया पैदा हुंदी है, प्रेम पैदा हुंदा है। ਜਦੋਂ ਅਸੀਂ ਲੰਗਰ ਵੰਡਦੇ ਹਾਂ ਉਹਦੇ ਵਿੱਚ ਇਹ ਨਹੀਂ ਦੇਖਦੇ ਕਿ ਇਹ ਹਿੰਦੂ ਹੈ, ਇਹ ਸਿੱਖ ਹੈ, ਇਹ ਮੁਸਲਿਮ ਹੈ, ਈਸਾਈ ਹੈ, ਨਹੀਂ, ਕੁਛ ਨਹੀਂ ਦੇਖਦੇ, ਵੰਡਦੇ ਹਾਂ ਅਸੀਂ, ਵੰਡਦੇ ਹਾਂ। ਕਹਿੰਦੇ ਨੇ ਜਿਵੇਂ ਜਿਵੇਂ ਮਨੁੱਖ ਵੰਡਦਾ ਹੈ ਅਤੇ ਵੰਡਦਿਆਂ ਵੰਡਦਿਆਂ ਉਹਦੇ ਹਿਰਦੇ ਵਿੱਚੋਂ ਦਇਆ ਦਾ ਭਾਵ ਪੈਦਾ ਹੋਇਆ, ਔਰ ਉਸ ਦਇਆ ਦੇ ਨਾਲ ਹੀ ਮਨੁੱਖ ਦੇ ਜੀਵਨ ਵਿੱਚ ਧਰਮ ਪੈਦਾ ਹੁੰਦਾ ਹੈ। ਐਸਾ ਧਾਰਮਿਕ ਮਨੁੱਖ ਹੀ ਪਰਮਾਤਮਾ ਦੇ ਦਰ 'ਤੇ ਕਬੂਲ ਹੋ ਜਾਂਦਾ ਹੈ, ਕਬੂਲ ਹੋ ਜਾਂਦਾ। ਤੇ ਅਰਦਾਸ ਦੇ ਬਾਕੀ ਦੇ ਬੋਲ, ਦੇਗ ਚਲਾਈ ਤੇਗ ਵਾਈ, ਦੇਖ ਕੇ ਅਣਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ। ਹੁਣ ਦੇਖ ਕੇ ਅਣਡਿਠ ਕੀਤਾ, ਇਹਦਾ ਕੀ ਭਾਵ ਹੈ, ਉਹਦੇ ਬਾਰੇ ਕੱਲ੍ਹ ਵਿਚਾਰ ਕਰਾਂਗੇ। ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ